ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ। ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ, ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ। ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ। ਕੁਝ ਸੰਸਥਾਵਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ। ਸ਼ੁਕਰ ਵਾਹਿਗੁਰੂ ਦਾ, ਹੁਣ ਤਾਂ ਬੱਚੇ ਵੀ ਪੁੱਛਣ ਲੱਗ ਗਏ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਦੇ ਤੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਣ ਦਿੰਦੇ ਹਨ, ਮਿੱਠਾ ਜਿਹਾ ਹਲੂਣਾ ਦਿੰਦੇ ਨੇ। ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ, ਸ਼ੁਰੂ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਇਸ ਵੀਕਐਂਡ 'ਤੇ ਕਰਾਂਗੇ, ਟਾਈਮ ਨਹੀਂ ਹੈ। ਬੱਚਿਆਂ ਦੇ ਸਵਾਲਾਂ ਨੇ ਉਹਨਾਂ ਨੂੰ ਹਲੂਣ ਕੇ ਰੱਖ ਦਿੱਤਾ। ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾ ਵਾਰਨਾ ਹੈ। ਘਰ ਘਰ ਦੇ ਵਿੱਚ ਗੁਰੂ ਦਾ ਸੰਦੇਸ਼, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਵਿੱਚ ਲਿਜਾਣੀ ਹੈ। ਅੱਜ ਜੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ, ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ। ਪਰਿਵਾਰ ਦਾ ਕੋਈ ਵੀ ਮੈਂਬਰ ਵਾਂਝਾ ਨਾ ਰਹਿ ਜਾਵੇ, ਕੋਈ ਰਿਸ਼ਤੇਦਾਰ, ਸ਼ਰੀਕੇ ਵਿੱਚੋਂ, ਮਿੱਤਰਾਂ ਦੋਸਤਾਂ 'ਚੋਂ ਕੋਈ ਵੀ ਵਾਂਝਾ ਨਾ ਰਹਿ ਸਕੇ। ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 254। ਸ਼ਲੋਕ ਗਾਨ ਮਿਨ ਦੇਖਹੁ ਮਨ ਮਾਹਿ, ਸਰ ਪਰ ਚਲਨ ਲੋਗ। 52 ਅੱਖਰੀ ਨਾਮ ਦੀ 19ਵੀਂ ਪੌੜੀ ਦੇ ਨਾਲ ਅੰਕਿਤ ਇਹ ਸ਼ਲੋਕ ਹੈ। ਗਾਨ ਮਿਨ ਦੇਖੋ, ਮਨ ਵਿੱਚ ਵਿਚਾਰ ਕੇ ਦੇਖੋ, ਸੋਚ ਕੇ ਦੇਖੋ। ਸਰ ਪਰ ਚੱਲਣ ਲੋਗ, ਇੱਕ ਦਿਨ ਹਰ ਇੱਕ ਨੇ ਇੱਥੋਂ ਚਲੇ ਜਾਣਾ ਹੈ। ਸਰ ਪਰ ਦੇ ਅਰਥ ਹੈ ਅਵਸ਼ ਚਲੇ ਜਾਣਾ ਹੈ, ਇੱਥੇ ਰਹਿਣਾ ਨਹੀਂ, ਜਾਨੀ ਮੌਤ ਆਉਣੀ ਹੈ। ਇਸ ਜੀਵਨ ਦੀ ਵੈਲਿਊ ਸਮਝ, ਇਸ ਜ਼ਿੰਦਗੀ ਦੀ ਅਹਿਮੀਅਤ ਨੂੰ ਪਹਿਚਾਣ। ਆਸ ਅਨਿਤ ਗੁਰਮੁਖ ਮਿਟੈ, ਨਾਨਕ ਨਾਮ ਅਰੋਗ। ਆਸ ਅਨਿਤ, ਅਨਿਤ ਹੁੰਦਾ ਹੈ ਉਹ ਪ੍ਰਾਪਤੀਆਂ, ਉਹ ਪਦਾਰਥ, ਚਾਹੇ ਉਹ ਪੈਸੇ ਦੇ ਰੂਪ ਵਿੱਚ ਹੈ, ਚਾਹੇ ਪ੍ਰੋਪਰਟੀ ਦੇ ਰੂਪ ਵਿੱਚ ਹੈ, ਜੋ ਜ਼ਿੰਦਗੀ ਦੇ ਹਰ ਹਾਲਾਤ ਦੇ ਵਿੱਚ ਸਾਥ ਨਹੀਂ ਨਿਭ ਸਕਦਾ, ਜਿਹਨੇ ਹਰ ਹਾਲਾਤ ਵਿੱਚ, ਹਰ ਸਿਚੁਏਸ਼ਨ ਵਿੱਚ ਮਦਦਗਾਰ ਨਹੀਂ ਹੋ ਸਕਦਾ, ਉਹਨੂੰ ਕਹਿੰਦੇ ਨੇ ਅਨਿਤ। ਊੜ ਹੈ, ਉਹਨੇ ਛੱਡ ਜਾਣਾ ਉਹਨਾਂ ਹਾਲਾਤਾਂ 'ਚ ਤੈਨੂੰ। ਜ਼ਿੰਦਗੀ ਦੇ ਕੁਝ ਹਾਲਾਤ ਐਸੇ ਨੇ ਜਿੱਥੇ ਨਾ ਤਾਂ ਪੈਸਾ ਕੰਮ ਕਰਦਾ, ਨਾ ਪ੍ਰਾਪਰਟੀ ਕੰਮ ਕਰਦੀ। ਬਹੁਤ ਲੋਕ ਸਭ ਕੁਝ ਦੇ ਹੁੰਦਿਆਂ ਸੁਣਦਿਆਂ ਵੀ ਆਪਣੇ ਹੀ ਘਰ ਵਿੱਚ ਦੁਖੀ ਨੇ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਜੀਵਨ ਨੇ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ, ਜਿਨ੍ਹਾਂ ਦਾ ਸੁਭਾਅ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਅਨੁਸਾਰ ਹੈ, ਗੁਰਮੁਖ ਸੁਭਾਅ ਹੈ। ਜਿਨ੍ਹਾਂ ਦੀ ਸੋਚ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਅਨੁਸਾਰ ਗੁਰਮਤਿ ਵਾਲੀ ਸੋਚ ਹੈ, ਉਹਨਾਂ ਦੇ ਅੰਦਰੋਂ ਉਹਨਾਂ ਚੀਜ਼ਾਂ ਦੀ, ਇੱਥੇ ਆਸ ਦੇ ਅਰਥ ਹੈ, ਇੱਕ ਹੁੰਦਾ ਹੈ ਉਮੀਦ, ਧਿਆਨ ਦੇਣਾ। ਪਰ ਕਈ ਵਾਰੀ ਰਮਜ਼ਾਂ ਹੋਰ ਹੁੰਦੀਆਂ ਨੇ ਸ਼ਬਦ ਦੀਆਂ। ਪਰਿਵਾਰਕ ਲੋੜਾਂ ਨੇ, ਬੱਚਿਆਂ ਦੀਆਂ ਲੋੜਾਂ ਨੇ, ਉਹਨਾਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਪੈਸਾ ਚਾਹੀਦਾ ਤੇ ਦੁਨਿਆਵੀ ਕਰਮ ਕਰਨੇ ਨੇ। ਪਰ ਉਹ ਪੈਸਾ ਕਮਾਉਣ ਦੀ ਭੁੱਖ ਇਤਨੀ ਨਹੀਂ ਹੋਣੀ ਚਾਹੀਦੀ ਕਿ ਸਾਰੀ ਜ਼ਿੰਦਗੀ ਉਹ ਦਾਅ 'ਤੇ ਲਾ ਦੇਵੇ। ਪ੍ਰਾਪਰਟੀ, ਦੁਨਿਆਵੀ ਪ੍ਰਾਪਤੀਆਂ ਦੀ ਭੁੱਖ ਇਤਨੀ ਨਹੀਂ ਹੋਣੀ ਚਾਹੀਦੀ ਕਿ ਸਭ ਕੁਝ ਦਾਅ 'ਤੇ ਲਾ ਦੇਵੇ। ਉਹ ਜਿਹੜੀ ਇਤਨੀ ਭੁੱਖ ਹੈ ਕਿ ਸਭ ਕੁਝ ਦਾਅ 'ਤੇ ਲਾ ਦੇਣਾ, ਜ਼ਿੰਦਗੀ ਵਿੱਚ ਜੋ ਕਰਨਾ ਹੈ ਉਹ ਹੋ ਨਹੀਂ ਸਕਿਆ, ਉਹਨੂੰ ਇੱਥੇ ਆਸ ਲਿਖਿਆ ਹੈ।
ਕਿਉਂ? ਉਹ ਮਨੁੱਖ ਜਿਹੜਾ ਸਾਰੀ ਜ਼ਿੰਦਗੀ ਪੈਸਾ ਕਮਾਉਣ ਤੇ ਲਾਈ ਜਾ ਰਿਹਾ, ਉਸੇ ਨੂੰ ਹੀ ਸਭ ਕੁਝ ਸਮਝੀ ਜਾ ਰਿਹਾ, ਪ੍ਰਾਪਰਟੀ ਬਣਾਉਣ ਨੂੰ ਹੀ ਸਭ ਕੁਝ ਸਮਝੀ ਜਾ ਰਿਹਾ, ਸਭ ਕੁਝ ਉਹ ਤੇ ਦਾਅ ਤੇ ਲਾਈ ਜਾ ਰਿਹਾ, ਨਾ ਘਰ ਲਈ ਕੁਝ ਕਰ ਸਕਿਆ, ਨਾ ਬੱਚਿਆਂ ਲਈ ਕਰ ਸਕਿਆ, ਨਾ ਆਪਣੇ ਆਪ ਲਈ ਕੁਝ ਕਰ ਸਕਿਆ, ਨਾ ਗੁਰੂ ਲਈ ਕੁਝ ਕਰ ਸਕਿਆ। ਕਿਉਂ? ਕਿਉਂਕਿ ਉਹਨੂੰ ਉਮੀਦ ਹੈ ਕਿ ਮੈਨੂੰ ਪੈਸੇ, ਪ੍ਰਾਪਰਟੀ ਨੇ ਹੀ ਸਾਥ ਦੇਣਾ ਹੈ। ਪਰ ਜ਼ਿੰਦਗੀ ਦੇ ਕੁਝ ਹਾਲਾਤ ਨੇ ਜਿੱਥੇ ਇਹਨਾਂ ਚੀਜ਼ਾਂ ਨੇ ਸਾਥ ਨਹੀਂ ਦੇਣਾ, ਸਗੋਂ ਇਹਦੇ ਨਾਲ ਪੈਦਾ ਹੋਈਆਂ ਉਲਝਣ ਤਾਣੀਆਂ ਨੇ ਤੈਨੂੰ ਹੋਰ ਦੁਖੀ ਕਰਨਾ ਹੈ। ਆਖੋ ਵਾਹਿਗੁਰੂ। ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਜੀਵਨ, ਗੁਰੂ ਨੂੰ ਸਮਰਪਿਤ ਜੀਵਨ, ਉਹਨਾਂ ਦੇ ਅੰਦਰੋਂ ਇਹ ਆਸ ਮਿਟੀ ਹੁੰਦੀ ਹੈ। ਉਹਨਾਂ ਨੂੰ ਪਤਾ ਹੈ ਕਿ ਅਸਲੀ ਹਰ ਸਿਚੁਏਸ਼ਨ ਵਿੱਚ ਮਦਦ ਕਰਨੀ ਹੈ ਵਾਹਿਗੁਰੂ ਜੀ ਦੇ ਨਾਮ ਨੇ, ਵਾਹਿਗੁਰੂ ਜੀ ਦੀ ਬਖਸ਼ਿਸ਼ ਨੇ, ਵਾਹਿਗੁਰੂ ਜੀ ਦੇ ਗੁਣਾਂ ਨੇ। ਇਸ ਲਈ ਉਹ ਫਸਟ ਪ੍ਰਾਇੋਰਟੀ ਤੇ ਇਸ ਮਾਰਗ ਨੂੰ ਰੱਖਦੇ ਨੇ। ਆਖੋ ਵਾਹਿਗੁਰੂ। ਇਹ ਨਾਨਕ ਜੀ, ਨਾਮ ਅਰੋਗ, ਨਾਨਕ ਨਾਮ ਅਰੋਗ। ਤੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੇ ਉਹਨਾਂ ਦੇ ਅੰਦਰੋਂ ਉਹ ਰੋਗ ਕੱਢ ਦਿੱਤਾ। ਕਿਹੜਾ ਰੋਗ? ਤ੍ਰਿਸ਼ਨਾ ਦਾ, ਲੋਭ ਲਾਲਚ ਦਾ। ਕਿ ਉਹ ਤ੍ਰਿਸ਼ਨਾ ਤੋਂ ਰਹਿਤ, ਲੋਭ ਲਾਲਚ ਤੋਂ ਰਹਿਤ, ਸਬਰ ਸੰਤੋਖ ਵਿੱਚ ਜੀਵਨ ਦਾ ਬੈਲੈਂਸ ਬਣਾ ਕੇ ਜ਼ਿੰਦਗੀ ਜਿਉਂਦੇ ਨੇ। ਉਹ ਅੰਦਰੋਂ ਉਹਨਾਂ ਦਾ ਸੁਭਾਅ ਤੇ ਸੋਚ ਤੰਦਰੁਸਤ ਹੁੰਦੇ ਨੇ। ਆਖੋ ਵਾਹਿਗੁਰੂ। ਪੌੜੀ ਸ਼ਲੋਕ ਦੇ ਨਾਲ ਪੌੜੀ ਹੈ। ਗੱਗਾ ਗੋਬਿੰਦ ਗੁਣ ਰਵਹੁ, ਸਾਸ ਸਾਸ ਜਪ ਨੀਤ। ਗੱਗਾ ਅੱਖਰ ਹੈ। ਗੱਗੇ ਅੱਖਰ ਰਾਹੀਂ ਉਪਦੇਸ਼ ਦੇ ਰਹੇ ਨੇ। ਪਿਆਰਿਓ, ਗੋਬਿੰਦ ਦੇ ਗੁਣਾਂ ਨੂੰ ਰਵਣਾ ਕੀ ਹੈ? ਗੋਬਿੰਦ ਗੁਣ ਰਵੋ। ਗੁਰੂ ਪਾਤਸ਼ਾਹ ਤੋਂ ਸਿੱਖਣੇ ਅੰਦਰ ਗੁਣਾਂ ਵਾਲਾ ਜੀਵਨ, ਗੁਣਾਂ ਵਾਲਾ ਸੁਭਾਅ ਕਿਵੇਂ ਸੰਭਾਲਿਆ ਜਾਵੇ। ਗੁਣਾਂ ਵਾਲੇ ਜੀਵਨ ਨੂੰ ਪ੍ਰੈਕਟੀਕਲ ਜ਼ਿੰਦਗੀ 'ਚ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ ਤੇ ਗੁਣਾਂ ਨੂੰ ਹਰ ਇੱਕ ਵਿੱਚੋਂ ਗੁਣਾਂ ਨੂੰ ਫੋਕਸ ਕਰਨਾ ਤੇ ਗੁਣਾਂ ਦੀ ਡਿਸਕਸ਼ਨ ਕਰਨੀ। ਇਹਨੂੰ ਕਹਿੰਦੇ ਨੇ ਗੁਣ ਰਵੋ। ਕਦੋਂ? ਸਾਸ ਸਾਸ, ਹਰ ਵੇਲੇ। ਇਹ ਫਿਰ ਜਪਣਾ ਬਣ ਜਾਂਦਾ। ਆਖੋ ਵਾਹਿਗੁਰੂ। ਇਹ ਗਿਆਨ ਰੂਪੀ ਨਾਮ ਨੂੰ ਜਪਣ ਤੋਂ ਮਿਲੇਗਾ। ਗਿਆਨ ਰੂਪੀ ਨਾਮ ਨੂੰ ਯਾਦ ਰੱਖਣਾ ਹੋਏਗਾ। ਸਮਝਣਾ ਹੈ, ਸਿੱਖਣਾ ਹੈ ਤੇ ਉਹਨੂੰ ਹਰ ਵੇਲੇ ਯਾਦ ਰੱਖਣਾ ਹੈ। ਗੁਰੂ ਦੇ ਉਪਦੇਸ਼ਾਂ ਨੂੰ, ਰੱਬੀ ਗਿਆਨ, ਰੱਬੀ ਉਪਦੇਸ਼, ਗੁਰੂ ਦੇ ਉਪਦੇਸ਼, ਇਹ ਤਿੰਨ ਚੀਜ਼ਾਂ ਅਲੱਗ-ਅਲੱਗ ਨਹੀਂ, ਇੱਕੋ ਹੀ ਹੈ। ਗੁਰੂ ਦੇ ਉਪਦੇਸ਼ ਹੀ ਰੱਬੀ ਉਪਦੇਸ਼ ਨੇ ਤੇ ਰੱਬੀ ਉਪਦੇਸ਼ ਹੀ ਸੱਚਾ ਗਿਆਨ ਹੈ। ਤੇ ਸੱਚੇ ਗਿਆਨ ਨੂੰ, ਸੱਚੇ ਉਪਦੇਸ਼ਾਂ ਨੂੰ, ਗੁਰੂ ਦੀਆਂ ਸਿੱਖਿਆਵਾਂ ਨੂੰ ਹਰ ਵੇਲੇ ਯਾਦ ਰੱਖਣਾ, ਹਰ ਪਲ, ਹਰ ਛਿਨ, ਇਹ ਗਿਆਨ ਰੂਪੀ ਨਾਮ ਦਾ ਸਿਮਰਨ ਹੈ। ਆਖੋ ਵਾਹਿਗੁਰੂ। ਫਿਰ ਧਿਆਨ ਰੱਖਣਾ ਹੈ। ਮਨ ਵਿੱਚ ਵਿਚਾਰ ਚੱਲਦੇ ਨੇ, ਸੋਚਾਂ ਚੱਲਦੀਆਂ ਨੇ, ਸੁਭਾਅ ਨੂੰ ਗੁਰੂ ਉਪਦੇਸ਼ਾਂ ਦੇ ਉਲਟ ਲੈ ਜਾਂਦੀਆਂ ਨੇ, ਸੋਚ ਨੂੰ ਉਲਟ ਦਿਸ਼ਾ ਵੱਲ ਲੈ ਜਾਂਦੀਆਂ ਨੇ। ਹਰ ਪਲ ਧਿਆਨ ਰੱਖਣਾ ਹੈ। ਗਿਆਨ ਰੂਪੀ ਨਾਮ ਦਾ ਧਿਆਉਣਾ ਹੈ। ਫਿਰ ਕੇਵਲ ਧਿਆਨ ਨਹੀਂ ਰੱਖਣਾ, ਕੇਵਲ ਉਪਦੇਸ਼ ਯਾਦ ਨਹੀਂ ਰੱਖਣੇ, ਪ੍ਰੈਕਟੀਕਲ ਜਿਉਣੇ ਨੇ। ਧਰਮ ਨੂੰ ਜਿਉਣਾ ਹੈ, ਉਹ ਜਪਣਾ ਹੈ। ਗੁਣਾਂ ਨੂੰ ਰਮਣ ਕਰਨ ਦੇ ਲਈ ਗਿਆਨ ਰੂਪੀ ਨਾਮ ਦਾ ਜਪਣਾ। ਸਾਸ ਸਾਸ, ਹਰ ਪਲ। ਸਿੱਖ ਪਿਆਰਿਆ, ਕਹਾਂ ਬਿਸਾਸਾ ਦੇਹ ਕਾ, ਬਿਲਮ ਨਾ ਕਰਿਓ ਮੀਤ। ਬਿਲਮ, ਦੇਰੀ, ਦੇਰੀ ਨਾ ਕਰ। ਐ ਮੇਰੇ ਮਿੱਤਰ ਮਨਾ, ਆਲਸ ਨਾ ਕਰ, ਲਾਪਰਵਾਹੀ ਨਾ ਵਰਤ। ਹਰ ਪਲ ਸੁਚੇਤ ਹੋ। ਅਸਲੀ ਮਾਰਗ ਦੇ ਲਈ ਦੇਰੀ ਨਾ ਕਰ। ਕਹਾਂ ਬਸਾਸਾ ਦੇਹ ਕਾ, ਇਸ ਸਰੀਰ ਦਾ ਕੀ ਪਰਿਭਾਸ਼ਾ ਹੈ? ਇੱਕ ਛਿਨ ਵਿੱਚ ਮੌਤ ਨੇ ਆ ਜਾਣਾ। ਕਦੋਂ ਆ ਜਾਣਾ? ਕੁਛ ਨਹੀਂ ਭੇਦ। ਮੌਤ ਇੱਕ ਐਸੀ ਸ਼ਕਤੀ ਹੈ ਜਿਹਦੇ ਬਾਰੇ ਤਿੰਨ ਤਰ੍ਹਾਂ ਦੇ ਭੇਦ ਕਿਸੇ ਨੂੰ ਨਹੀਂ ਮਿਲੇ ਅੱਜ ਤੱਕ। ਮੌਤ ਕਦੋਂ ਆਉਣੀ ਹੈ, ਕਿਸੇ ਕੋਲੇ ਭੇਦ ਨਹੀਂ। ਮੌਤ ਕਿੱਥੇ ਆਉਣੀ ਹੈ, ਇਹਦਾ ਕੋਈ ਭੇਦ ਨਹੀਂ। ਤੇ ਮੌਤ ਕਿਵੇਂ ਆਉਣੀ ਹੈ, ਇਹਦਾ ਵੀ ਭੇਦ ਨਹੀਂ। ਪਰ ਇਹ ਸੱਚ ਹੈ, ਮੌਤ ਇੱਕ ਉਹ ਦਰਵਾਜ਼ਾ ਹੈ ਜਿਹਦੇ ਵਿੱਚੋਂ ਦੀ ਹਰ ਇੱਕ ਨੇ ਲੰਘਣਾ। ਆਖੋ ਵਾਹਿਗੁਰੂ। ਇਸ ਲਈ ਇਸ ਮਨ ਨੂੰ, ਇਸ ਗੱਲ ਨੂੰ ਮਨ ਵਿੱਚ ਦ੍ਰਿੜ ਕਰ, ਵਸਾ ਆਪਣੇ ਅੰਦਰ। ਉੱਪਰ ਪੰਕਤੀ 'ਚ ਕਿਹਾ ਸੀ ਨਾ,
ਗਨ ਦੇਖੋ ਮਨੈ ਮਾਏ ਸਰ ਪਰ ਚਲਨੋ ਲੋਗ। ਇਹਨੂੰ ਦ੍ਰਿੜ ਕਰ ਆਪਣੇ ਅੰਦਰ। ਨਹ ਬਾਰਿਕ ਨਹ ਜੋਬਨ, ਵਾਹਿਗੁਰੂ ਮਾਫ ਕਰਨਾ ਜੀ। ਨਹ ਬਾਰਿਕ ਨਹ ਜੋਬਨੈ, ਨਹ ਬਿਰਧੀ ਕਛ ਬੰਧ। ਮੌਤ ਦੇ ਅੱਗੇ ਬਚਪਨ, ਜਵਾਨੀ, ਵਡੇਪਾ, ਮੌਤ ਦੀਆਂ ਨਜ਼ਰਾਂ 'ਚ ਕੁਛ ਵੀ ਨਹੀਂ। ਆਖੋ ਵਾਹਿਗੁਰੂ। ਮੌਤ ਰੂਪੀ ਬਾਜ ਝਪਟ ਕੇ ਪੈਂਦਾ, ਉਹ ਬੱਚੇ ਦੀ ਵੀ ਮੌਤ ਹੋ ਸਕਦੀ ਹੈ, ਜਵਾਨੀ 'ਚ ਵੀ ਹੋ ਸਕਦੀ ਹੈ, ਵਡੇਪੇ 'ਚ ਵੀ ਹੋ ਸਕਦੀ ਹੈ। ਫਿਰ ਦੁਹਰਾਦੇ ਹਾਂ, ਕਿੱਥੇ ਹੋਣੀ ਹੈ ਕੋਈ ਭੇਦ ਨਹੀਂ, ਕਿਵੇਂ ਹੋਣੀ ਹੈ ਕੋਈ ਭੇਦ ਨਹੀਂ, ਪਰ ਜਦੋਂ ਸਮਾਂ ਅਣ ਬਣਿਆ ਉਹ ਵਿਧੀਆਂ ਬਣ ਜਾਣੀਆਂ ਨੇ। ਆਖੋ ਵਾਹਿਗੁਰੂ। ਉਹ ਬੇਰਾ ਨਾ ਬੂਝੀਐ, ਜੋ ਆਏ ਪਰੈ ਜਮ ਫੰਧ। ਪਰ ਤੂੰ ਆਪਣੀ ਜ਼ਿੰਦਗੀ 'ਚ ਉਹਨਾਂ ਹਾਲਾਤਾਂ ਨੂੰ ਬੁੱਝੀਐ, ਸਮਝ ਜਿਨ੍ਹਾਂ ਹਾਲਾਤਾਂ ਦੇ ਵਿੱਚ ਅੰਦਰ ਆਤਮਿਕ ਮੌਤ ਆਉਂਦੀ ਹੈ ਤੇ ਵਿਕਾਰਾਂ ਰੂਪੀ ਬੁਰੀਆਂ ਆਦਤਾਂ ਦੇ ਜਮਾਂ ਦੀ ਫਾਂਸੀ ਪੈਂਦੀ ਹੈ। ਇਹਨੂੰ ਬੁੱਝ, ਇਹਨੂੰ ਸਮਝ। ਉਹ ਜਿਹੜੀ ਫਾਂਸੀ ਪੈਂਦੀ ਹੈ ਨਾ ਅੰਦਰ, ਆਤਮਿਕ ਮੌਤ, ਉਹ ਵੀ ਬੜੀ ਪ੍ਰਬਲ ਹੈ। ਗਿਆਨੀ ਧਿਆਨੀ ਚਤੁਰ ਪੇਖ, ਰਹਿਨ ਨਹੀਂ ਇਹ ਠਾਏ। ਜਿਹੜੀ ਸਰੀਰਕ ਮੌਤ ਹੈ, ਉਹ ਸਰੀਰਕ ਮੌਤ ਨੇ ਜਦੋਂ ਆਉਣਾ ਨਾ, ਉਹਨੇ ਨਾ ਤੇ ਇਹ ਦੇਖਣਾ ਹੈ ਬਾਲਕ ਹੈ, ਨਾ ਇਹ ਦੇਖਣਾ ਹੈ ਜਵਾਨ ਹੈ, ਨਾ ਇਹ ਦੇਖਣਾ ਹੈ ਬੁੱਢਾ ਹੈ, ਨਾ ਉਹਨੇ ਦੇਖਣਾ ਹੈ ਗਿਆਨਵਾਨ ਹੈ, ਨਾ ਉਹਨੇ ਦੇਖਣਾ ਹੈ ਧਿਆਨੀ ਹੈ, ਸਮਾਧੀ ਵਾਲਾ ਹੈ, ਨਾ ਉਹਨੇ ਦੇਖਣਾ ਹੈ ਚਤੁਰ ਹੈ, ਸਿਆਣਪ ਵਾਲਾ ਹੈ। ਜਦੋਂ ਮੌਤ ਨੇ ਆਉਣਾ ਹੈ, ਰਹਿਣ ਨਹੀਂ ਇਹ ਠਾਏ, ਇਸ ਸੰਸਾਰ ਤੇ ਨਹੀਂ ਰਹਿਣਾ, ਚਲੇ ਜਾਣਾ। ਆਖੋ ਵਾਹਿਗੁਰੂ। ਛਾੜ ਛਾੜ ਸਗਲੀ ਗਈ, ਮੂੜ ਤਹਾਂ ਲਪਟਾਏ। ਇਹ ਦੁਨੀਆ ਇਸ ਨੂੰ ਛੱਡ ਛੱਡ ਕੇ ਚਲੀ ਗਈ। ਮੂੜ ਮਨ, ਮੂਰਖ ਮਨ ਜ਼ਿੰਦਗੀ ਦੇ ਰਸਾਂ ਕਸਾਂ ਵਿੱਚ ਲਪਟਿਆ ਰਹਿੰਦਾ ਹੈ, ਬੁੱਝਦਾ ਨਹੀਂ। ਇਹਦਾ ਹੁਣ ਦੂਸਰਾ ਪੱਖ ਦੇਖਿਓ। ਉਹ ਦੂਸਰਾ ਪੱਖ ਨਹਿ ਬੁੱਝੈ, ਨਹਿ ਬੇਰਾ ਨਹਿ ਬੁੱਝੀਐ, ਜਾਇ ਆਏ ਪਰੈ ਜਾਂ ਫੰਦ ਤੋਂ ਸ਼ੁਰੂ ਕਰੀਏ। ਉਹ ਹਾਲਾਤ, ਉਹ ਸਿਚੁਏਸ਼ਨ, ਵੇਲਾ, ਸਮਝ ਜਦੋਂ ਆਤਮਿਕ ਮੌਤ ਆਉਂਦੀ ਹੈ, ਜੇ ਚਾਹੇ ਲੱਖ ਗਿਆਨੀ ਗਿਆਨਵਾਨ ਹੈ, ਲੱਖ ਸਮਾਧੀ ਹੈ, ਅਗਰ ਸੁਭਾਅ ਤੇ ਸੋਚ ਦੇ ਉੱਪਰ ਵਿਕਾਰ ਦਾ ਹਮਲਾ ਹੋ ਗਿਆ ਨਾ, ਤੇ ਆਤਮਿਕ ਮੌਤ ਇੱਕ ਛਿਨ ਦੇ ਵਿੱਚ ਆਤਮਿਕ ਜੀਵਨ ਤੋਂ ਦੂਸਰੇ ਪਾਸੇ ਖਿੱਚ ਲੈਂਦੀ ਹੈ। ਛਾੜ ਛਾੜ ਸਗਲੀ ਮੂਈ। ਆਤਮਿਕ ਮੌਤ ਕਰਕੇ ਦੁਨੀਆ ਇਸ ਮਾਰਗ ਨੂੰ ਛੱਡ ਛੱਡ ਕੇ ਆਤਮਿਕ ਮੌਤ ਤੇ ਮਰਦੀ, ਔਰ ਜਿਸ ਕਾਰਨ ਉਹ ਆਤਮਿਕ ਮੌਤ ਆਉਂਦੀ ਹੈ, ਮੂੜ ਤਹਾਂ ਲਪਟਾਏ, ਉਹਨਾਂ ਵਿੱਚ ਹੀ ਇਹ ਮਨ ਲਪਟਿਆ ਰਹਿੰਦਾ ਹੈ। ਉਹ ਇਹਨੂੰ ਰਸ ਚੰਗੇ ਲੱਗਦੇ ਨੇ। ਗੁਰ ਪ੍ਰਸਾਦ ਸਿਮਰਤ ਰਹਿ, ਜਾਹੂ ਮਸਤਕ ਭਾਗ। ਤੇ ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੁੰਦੀ, ਗੁਰ ਪ੍ਰਸਾਦ, ਗੁਰ ਸਰੂਪ ਦੀ ਕਿਰਪਾ। ਜਦੋਂ ਅਸੀਂ ਗੁਰਬਾਣੀ ਵਿੱਚੋਂ ਗੁਰੂ ਦੇ ਉਪਦੇਸ਼ ਸਮਝਣ ਤੁਰਦੇ ਹਾਂ ਨਾ, ਉਹ ਜਿਹੜੀ ਭਾਵਨਾ ਹੈ, ਉਹ ਵੀ ਗੁਰ ਸਰੂਪ ਦੀ ਕਿਰਪਾ ਹੈ। ਫਿਰ ਜਦੋਂ ਉਪਦੇਸ਼ ਚੰਗੇ ਲੱਗਦੇ ਨੇ, ਉਹ ਉਪਦੇਸ਼ ਚੰਗੇ ਲੱਗਣ ਦੇ ਨਾਲ ਜੋ ਮਨ ਹੈ, ਮਨ ਨੂੰ ਚੰਗੇ ਲੱਗਦੇ ਨੇ, ਇਹ ਵੀ ਗੁਰਪ੍ਰਸਾਦ ਦੀ ਕਿਰਪਾ ਹੈ। ਫਿਰ ਮਨ ਮੰਨਣ ਤੁਰਦਾ ਹੈ, ਇਹ ਵੀ ਗੁਰਪ੍ਰਸਾਦ ਹੈ, ਗੁਰਸਰੂਪ ਦੀ ਕਿਰਪਾ ਹੈ। ਇਹਦੇ ਨਾਲ ਹੀ ਰੱਬ ਦੀ ਮਿੱਠੀ ਮਿੱਠੀ ਯਾਦ ਰਸ ਅੰਦਰ ਬਣਦਾ ਹੈ। ਇਹਦੇ ਜਾਹੂ ਮਸਤਕ ਭਾਗ, ਜਿਨ੍ਹਾਂ ਦੇ ਅੰਦਰ ਇਹ ਸੋਚ ਆਈਡੀਓਲੋਜੀ ਬਣਦੀ ਹੈ। ਜਦੋਂ ਅਸੀਂ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ, ਸਾਡੇ ਅੰਦਰ ਸੋਚ ਬਣਦੀ ਹੈ ਗੁਰੂ ਦੇ ਮਾਰਗ ਤੇ ਤੁਰਨ ਦੀ। ਜਦੋਂ ਅਸੀਂ ਕਥਾ, ਕੀਰਤਨ, ਢਾਡੀ ਦੀਵਾਨ, ਕਵਿਸ਼ਰੀ ਦੀਵਾਨ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਸੁਣਦੇ ਹਾਂ, ਪਾਵਨ ਪਵਿੱਤਰ ਹੁਕਮਨਾਮਾ ਸੁਣਦੇ ਹਾਂ, ਜਾਂ ਹੁਕਮਨਾਮਾ ਆਪ ਪੜ੍ਹਦੇ ਹਾਂ, ਜਦੋਂ ਅਸੀਂ ਧਾਰਮਿਕ ਵਿਰਸੇ ਨੂੰ ਪੜ੍ਹਦੇ ਹਾਂ, ਗੁਰੂ ਵਿਰਸੇ ਨੂੰ ਸਮਝਦੇ ਹਾਂ, ਅੰਦਰ ਸੋਚ ਬਣਦੀ ਹੈ, ਉਹ ਮਸਤਕ ਦੇ ਭਾਗ ਬਣਦੇ ਨੇ। ਇਸ ਮਸਤਕ ਦੇ ਭਾਗ ਵਿੱਚੋਂ ਗੁਰਪ੍ਰਸਾਦ ਦੀ ਕਿਰਪਾ ਹੁੰਦੀ ਹੈ। ਆਖੋ ਵਾਹਿਗੁਰੂ।
ਨਾਨਕ ਆਏ ਸਫਲ ਤੇ, ਜਾ ਕੋ ਪ੍ਰਿਆ ਸੁਹਾਗ, ਜਿਨ੍ਹਾਂ ਦੀ ਮੱਤ ਸੁਹਾਗਣ ਬਣ ਗਈ, ਵਾਹਿਗੁਰੂ ਜੀ ਨਾਲ ਗੂੜੀ ਪ੍ਰੀਤ ਬਣ ਗਈ। ਤੇ ਨਾਨਕ ਜੀ, ਉਹਨਾਂ ਦਾ ਆਉਣਾ ਸਫਲ ਹੋ ਗਿਆ। ਉਹ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦੇ ਨੇ। ਆਖੋ ਵਾਹਿਗੁਰੂ। ਸ਼ਲੋਕ ਭੋਖੇ ਸ਼ਾਸਤਰ ਵੇਦ ਸਭ, ਅਨ ਨ ਕਥਤ ਕੋਇ। ਜਿਤਨੇ ਵੀ ਧਾਰਮਿਕ ਗ੍ਰੰਥ ਨੇ, ਵੇਦ ਸ਼ਾਸਤਰ ਆਦਿਕ, ਸਤਿਗੁਰੂ ਕਹਿੰਦੇ ਉਹਨਾਂ ਨੂੰ ਭੋਖ ਕੇ ਦੇਖਿਆ, ਰਿਸਰਚ ਕਰਕੇ ਦੇਖੀ, ਤੇ ਹਰ ਧਾਰਮਿਕ ਗ੍ਰੰਥ ਰੱਬ ਨੂੰ ਹੀ ਸਭ ਤੋਂ ਵੱਡਾ ਮਦਦਗਾਰ ਮੰਨਦਾ ਹੈ। ਰੱਬ ਦੀ ਬਖਸ਼ਿਸ਼ ਨੂੰ ਹੀ ਸਭ ਤੋਂ ਉੱਤਮ ਮੰਨਦਾ ਹੈ, ਤੇ ਰੱਬ ਦੇ ਨਾਮ ਨੂੰ ਹੀ ਸਭ ਕੁਝ ਮੰਨਦਾ ਹੈ। ਉਹਦੇ ਤੋਂ ਬਿਨਾਂ ਕਿਸੇ ਹੋਰ ਦੀ ਬਾਤ, ਕਿਸੇ ਹੋਰ ਨੂੰ ਉੱਤਮ ਕੋਈ ਵੀ ਗ੍ਰੰਥ ਨਹੀਂ ਕਹਿ ਰਿਹਾ। ਆਦਿ ਜੁਗਾਦੀ ਹੁਣ ਹੋਵਤ, ਨਾਨਕ ਏਕੈ ਸੋਇ। ਇਹ ਨਾਨਕ ਜੀ, ਵਾਹਿਗੁਰੂ ਜੀ ਜੋ ਇੱਕ ਹੈ, ਇੱਕ ਰਸ ਵਿਆਪਕ ਹੈ। ਉਹ ਮੁੱਢ ਤੋਂ ਸੀ, ਜੁਗਾਂ ਜੁਗਾਂਤਰਾਂ ਤੋਂ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਆਦਿ ਜੁਗਾਦੀ ਹੁਣ ਹੋਵਤ। ਪੌੜੀ ਘੱਗਾ ਘਾਲਹੁ ਮਨੈ ਮਹਿ, ਬਿਨ ਹਰ ਦੂਸਰ ਨਾਹਿ। ਘੱਗਾ ਅੱਖਰ ਤੋਂ ਉਪਦੇਸ਼ ਦੇ ਰਹੇ ਨੇ। ਮਨ ਦੇ ਵਿੱਚ ਘਾਲੋ ਦੇ ਅਰਥ ਹੈ ਦ੍ਰਿੜ ਕਰ ਲਵੋ, ਇੱਕ ਵਿਸ਼ਵਾਸ ਅੰਦਰ ਪੈਦਾ ਕਰੋ, ਇੱਕ ਵਿਚਾਰਧਾਰਾ ਬਣਾ ਲਵੋ ਕਿ ਜ਼ਿੰਦਗੀ ਦੀ ਹਰ ਸਿਚੁਏਸ਼ਨ ਦੇ ਵਿੱਚ ਵਾਹਿਗੁਰੂ ਜੀ ਹੀ ਮਦਦਗਾਰ ਨੇ, ਔਰ ਕੋਈ ਵੀ ਨਹੀਂ ਜਿਹੜਾ ਹਰ ਸਿਚੁਏਸ਼ਨ ਵਿੱਚ ਮਦਦਗਾਰ ਹੋਵੇ। ਆਖੋ ਨਾ ਹੋਆ ਨਾ ਹੋਵਨਾ, ਜਤ ਕਤ ਉਹੀ ਸਮਾਹਿ। ਨਾ ਕੋਈ ਹੋਇਆ, ਨਾ ਹੋਣਾ, ਕਿਉਂਕਿ ਵਾਹਿਗੁਰੂ ਜੀ ਹਰ ਥਾਂ ਤੇ ਸਮਾਏ ਹੋਏ ਨੇ। ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ, ਗੁਣ ਬਣ ਕੇ ਹਰ ਥਾਂ ਤੇ ਨੇ, ਉਹ ਨਿਜ਼ਮ ਬਣ ਕੇ ਹਰ ਥਾਂ ਤੇ ਨੇ। ਗੁਰਬਾਣੀ ਅਨੁਸਾਰ ਤੈਨੂੰ ਸੋਝੀ ਆ ਗਈ ਤੇ ਮਹਿਸੂਸ ਹੋ ਜਾਏਗਾ, ਹਰ ਵਰਤਾਰੇ ਵਿੱਚੋਂ ਸੱਚੇ ਗਿਆਨ ਦਾ ਤੈਨੂੰ ਮਿਲਾਪ ਹੋ ਜਾਏਗਾ, ਦੀਦਾਰ ਹੋ ਜਾਏਗਾ। ਹਰ ਇੱਕ ਵਿੱਚੋਂ ਗੁਣਾਂ ਦੇ ਦੀਦਾਰ ਹੋ ਜਾਣਗੇ, ਤੇ ਤੈਨੂੰ ਨਿਜ਼ਮ ਦੀ ਸੋਝੀ ਅੰਦਰ ਤੇ ਬਾਹਰ ਹਰ ਥਾਂ ਤੇ ਆਏਗੀ। ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਜਿਉ ਕੇ। ਭੂਲਹਿ ਤੋ ਮਨ ਜੋ ਆਵੈ ਸ਼ਰਣਾ। ਇਹ ਮਨ ਭੂਲਾ ਹੁੰਦਾ ਹੈ, ਰਸ ਵਿੱਚ ਜਾਣਾ, ਭੁੱਲ ਮਿਲ ਜਾਣਾ। ਇਸ ਮਨ ਨੂੰ ਰਸ ਤਾਂ ਹੀ ਆਏਗਾ ਜੇ ਇਹ ਰੱਬ ਨੂੰ, ਗੁਰੂ ਨੂੰ ਸਮਰਪਿਤ ਹੋਏਗਾ। ਪ੍ਰੈਕਟੀਕਲ ਮੰਨ ਕੇ ਜ਼ਿੰਦਗੀ 'ਚ ਜਿਉਏਗਾ, ਤਦ ਰਸ ਆਏਗਾ। ਆਖੋ ਨਾਮ ਤਤ ਕਲਮਹਿ ਪੁਨਹ ਚਰਣਾ। ਪੁਰਾਤਨ ਸਮਿਆਂ 'ਚ ਲੋਕ ਧਰਮ ਦਾ ਇੱਕ ਕਰਮ ਕਰਦੇ ਸੀ ਕਿ ਜਦੋਂ ਕੋਈ ਗਲਤੀ ਕਰਦਾ, ਕੋਈ ਬੁਰਾ ਕਰਮ ਕਰਦਾ, ਉਹ ਆ ਕੇ ਮੰਨ ਜਾਂਦਾ ਸੀ ਕਿ ਮੇਰੇ ਤੋਂ ਗਲਤੀ ਹੋ ਗਈ। ਉਹਨੂੰ ਧਾਰਮਿਕ ਤੌਰ ਤੇ ਕਿਹਾ ਜਾਂਦਾ ਸੀ, ਤੂੰ ਆਹ ਕਰਮ ਕਰ ਲੈ, ਉਹਨੂੰ ਸੇਵਾ ਦੇ ਤੌਰ ਤੇ ਕਰ ਲੈ। ਉਹ ਜਿਹੜਾ ਕਰਮ ਕੀਤਾ ਹੁੰਦਾ ਸੀ, ਪਛਤਾਵੇ ਵਜੋਂ ਉਹਨੂੰ ਪੁਨਹਚਰਨ ਕਹਿੰਦੇ ਸੀ। ਪੁਨਹਚਰਨ। ਸਤਿਗੁਰੂ ਕਹਿੰਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ, ਪ੍ਰੈਕਟੀਕਲ ਜ਼ਿੰਦਗੀ 'ਚ ਜਿਉਣਾ ਹੀ ਪੁਨਹਚਰਨ ਹੈ। ਇਸ ਤੋਂ ਉੱਪਰ ਕੋਈ ਕਰਮ ਹੀ ਕੋਈ ਨਹੀਂ। ਘਾਲ ਘਾਲ ਅਨਕ ਪਛਤਾਵਹਿ। ਜਿਹੜੇ ਸੁਭਾਅ ਤੇ ਸੋਚ ਨੂੰ ਨਹੀਂ ਬਦਲਦੇ, ਸੁਭਾਅ ਤੇ ਸੋਚ ਨੂੰ ਨਹੀਂ ਸ਼ਿੰਗਾਰਦੇ, ਗੁਰੂ ਦੇ ਉਪਦੇਸ਼ਾਂ ਨੂੰ ਪ੍ਰੈਕਟੀਕਲ ਨਹੀਂ ਜਿਉਂਦੇ, ਉਹ ਭਾਵੇਂ ਲੱਖਾਂ ਹੀ ਧਾਰਮਿਕ ਕਰਮ ਕਰਦੇ ਨੇ, ਘਾਲਣਾ ਘਾਲਦੇ ਨੇ, ਜ਼ਿੰਦਗੀ ਪਛਤਾਵਿਆਂ ਭਰੀ ਹੁੰਦੀ ਹੈ। ਆਖੋ ਵਾਹਿਗੁਰੂ। ਬਿਨ ਹਰ ਭਗਤ ਕਹਾਂ ਥਿਤ ਪਾਵੈ। ਕਿਉਂਕਿ ਹਰੀ ਦੀ ਭਗਤੀ ਤੋਂ ਬਿਨਾਂ ਮਨ ਨੂੰ ਸੰਤੁਸ਼ਟੀ ਨਹੀਂ ਆ ਸਕਦੀ, ਅਡੋਲਤਾ ਦਾ ਟਿਕਾਣਾ ਨਹੀਂ ਮਿਲ ਸਕਦਾ ਮਨ ਨੂੰ। ਉਹ ਭਗਤੀ ਗੁਰੂ ਦੇ ਉਪਦੇਸ਼ ਮੰਨ ਕੇ ਹੋਏਗੀ। ਗੁਰੂ ਦੇ ਉਪਦੇਸ਼ਾਂ ਨੂੰ ਸੁਭਾਅ ਤੇ ਲਾਗੂ ਕਰਨਾ ਹੈ, ਸੋਚ ਤੇ ਲਾਗੂ ਕਰਨਾ ਹੈ। ਆਖੋ ਵਾਹਿਗੁਰੂ। ਜਿਨ੍ਹਾਂ ਨੂੰ ਇਹ ਦਾਤ ਮਿਲੀ, ਘੋਲ ਮਹਾਰਸ ਅੰਮ੍ਰਿਤ ਤਹਿ ਪੀਆ, ਉਹਨਾਂ ਨੇ ਵਾਹਿਗੁਰੂ ਜੀ ਦੇ ਅੰਮ੍ਰਿਤ ਰਸ ਨੂੰ ਚੰਗੀ ਤਰ੍ਹਾਂ ਇਕਮਿਕ ਹੋ ਕੇ ਅੰਦਰੋਂ ਭਿੱਜ ਕੇ ਪੀਤਾ। ਆਖੋ ਵਾਹਿਗੁਰੂ। ਉਹ ਰਸ ਵਿੱਚ ਭਿੱਜੇ ਰਹਿੰਦੇ ਨੇ।
ਉਹ ਆਨੰਦ ਰਸ ਵਿੱਚ ਭਿੱਜੇ ਰਹਿੰਦੇ ਨੇ। ਉਹ ਹਰ ਵੇਲੇ ਅੰਦਰੋਂ ਸੰਤੁਸ਼ਟ ਸੈਟਿਸਫਾਈਡ ਹੁੰਦੇ ਨੇ, ਸਬਰ ਸੰਤੋਖ ਵਿੱਚ ਜਿਉਂਦੇ ਨੇ। ਨਾਨਕ ਹਰ ਗੁਰ ਜਾ ਕੋ ਦੀਆ। ਇਹ ਨਾਨਕ ਜੀ, ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਗੁਰ ਸਰੂਪ ਦਾ ਮਿਲਾਪ ਮਿਲਿਆ। ਰੱਬ ਦਾ ਰੂਪ ਹੀ ਸੱਚਾ ਗਿਆਨ ਹੈ, ਸੱਚਾ ਗਿਆਨ ਹੀ ਗੁਰੂ ਦਾ ਗੁਰ ਸਰੂਪ ਹੈ। ਹਰ ਗੁਰ, ਉਸਨੇ ਫਿਰ ਜੋ ਉਪਦੇਸ਼ ਦਿੱਤਾ ਉਸ ਨੂੰ ਮੰਨਿਆ। ਇਹ ਦਾਤ ਗਿਆਨ ਰੂਪੀ ਨਾਮ, ਧਿਆਨ ਰੂਪੀ ਨਾਮ ਦਿੱਤੀ ਕਿਸ ਨੇ? ਜੋ ਹਰੀ ਦਾ ਹੀ ਸਰੂਪ ਹੈ, ਗੁਰ ਸਰੂਪ। ਉਹ ਗੁਰੂ ਦਾ ਵੀ ਗੁਰ ਸਰੂਪ ਹੈ, ਉਹ ਰੱਬ ਦਾ ਵੀ ਗੁਰ ਸਰੂਪ ਹੈ। ਉਹਨੂੰ ਸੱਚਾ ਗਿਆਨ ਕਹਿੰਦੇ ਨੇ, ਉਹਨੂੰ ਉਪਦੇਸ਼ ਕਹਿੰਦੇ ਨੇ, ਸਿੱਖਿਆਵਾਂ ਕਹਿੰਦੇ ਨੇ। ਜਿਨ੍ਹਾਂ ਨੂੰ ਮਿਲ ਗਈਆਂ ਤੋਂ ਭਾਵ ਜਿਨ੍ਹਾਂ ਨੇ ਪ੍ਰੈਕਟੀਕਲ ਸੋਚ ਸੁਭਾਅ 'ਤੇ ਲਾਗੂ ਕਰਕੇ ਜਿਉਇਆ, ਉਹ ਇਸ ਰਸ ਨੂੰ ਮਾਣਦੇ ਨੇ। ਆਖੋ ਵਾਹਿਗੁਰੂ। ਸ਼ਲੋਕ ngਣ ਘਾਲੇ ਸਭ ਦਿਵਸ ਸਾਸ, ਨਹਿ ਬਡਨ ਘਟਨ ਤਿਲ ਸਾਰ। ngਣ ਘਾਲੇ, ਤੈਨੂੰ ਗਿਣ ਕੇ ਘੱਲਿਆ ਹੋਇਆ ਹੈ। ਤੇਰੇ ਦਿਵਸ ਸਾਸ, ਕਿੰਨੇ ਜੀਵਨ ਜਿਉਣੇ। ਇੱਥੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਵਾਸਾਂ ਦੀ ਗਿਣਤੀ ਕਰੀ ਜਾਈਏ। ਇਹਦੀ ਰਮਜ਼ ਸਮਝਣੀ। ਬਹੁਤ ਸਾਰੇ ਥਾਵਾਂ 'ਤੇ ਸ਼ਬਦ ਜਿਹੜੇ ਨੇ ਉਹ ਕਹਾਵਤ ਵਜੋਂ ਵਰਤੇ ਹੁੰਦੇ ਨੇ, ਰਮਜ਼ ਹੁੰਦੀ ਹੈ। ਰਮਜ਼ ਇਹ ਹੈ ਕਿ ਤੇਰੀ ਮੌਤ ਅਵੱਸ਼ ਹੈ। ਜਿਸ ਦਿਨ ਉਹ ਮੌਤ ਆਉਣੀ ਹੈ, ਉਹ ਦਿਨ ਘਟਾਏ ਵਧਾਏ ਨਹੀਂ ਜਾ ਸਕਦੇ, ਨਾ ਉਹ ਸਵਾਸ ਘਟਾਏ ਵਧਾਏ ਜਾ ਸਕਣ। ਦਿਵਸ ਸਾਸ ਨਹਿ ਵਧਣ ਘਟਣ ਤਿਲ ਸਾਰ, ਜਾਣੀ ਜਦੋਂ ਮੌਤ ਆਉਣੀ ਹੈ ਨਾ ਉਹ ਪਹਿਲਾਂ ਲਿਆਂਦੀ ਜਾ ਸਕਦੀ ਹੈ ਤੇ ਨਾ ਉਹ ਲੇਟ ਕੀਤੀ ਜਾ ਸਕਦੀ ਹੈ। ਇਹ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ, ਰੱਬ ਦੇ ਨਿਜ਼ਮ ਵਿੱਚ ਹੈ। ਇਹਦਾ ਭੇਦ ਨਹੀਂ ਹੈ। ਤੂੰ ਮਨ ਵਿੱਚ ਇਹ ਮਹਿਸੂਸ ਕਰ, ਉਹ ਮੌਤ ਅਵੱਸ਼ ਆਉਣੀ ਹੈ ਤੇ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝ। ਜੀਵਨ ਲੋ ਰਹੈ ਭਰਮ ਮੋਹ, ਨਾਨਕ ਤਿਉ ਗਵਾਰ। ਜਿਹੜੇ ਆਪਣੀ ਤ੍ਰਿਸ਼ਨਾ, ਲੋਭ ਲਾਲਚ ਦੇ ਵਿੱਚ ਸੋਚਦੇ ਨੇ ਹੋਰ ਜਿਉਂ ਲਵਾਂ, ਹੋਰ ਜਿਉਂ ਲਵਾਂ, ਹੋਰ ਜਿਉਂ ਲਵਾਂ, ਸਤਿਗੁਰੂ ਕਹਿੰਦੇ ਉਹ ਭਰਮ ਵਿੱਚ ਵੀ ਨੇ ਤੇ ਉਹ ਮੋਹ ਵਿੱਚ ਵੀ ਭਿੱਜੇ ਹੋਏ ਨੇ। ਮਨ ਮੂਰਖ ਹੈ, ਗਵਾਰ, ਉਹਨੂੰ ਸੋਝੀ ਨਹੀਂ ਅਸਲੀਅਤ ਦੀ। ਪੌੜੀ ਗੰਗਾ ਗਰਾਸੈ ਕਾਲ ਤੇ, ਜੋ ਸਾਕਤ ਪ੍ਰਭ ਕੀਨ। ਜਿਹੜੇ ਰੱਬ ਦੇ ਨਿਯਮਾਂ ਨੇ, ਜਿਨ੍ਹਾਂ ਨੂੰ ਸਾਕਤ, ਰੱਬ ਤੋਂ ਟੁੱਟੇ ਹੋਏ। ਸਾਕਤ ਦੀ ਨਿਸ਼ਾਨੀ ਪਿੱਛੇ ਪੰਕਤੀ ਆਈ ਸੀ, ਉਸ ਵਿੱਚ ਸਤਿਗੁਰਾਂ ਦੱਸਿਆ ਸੀ ਕਿ ਜੋ ਗੁਰੂ ਦੇ ਉਪਦੇਸ਼ ਦੇ ਉਲਟ ਸੁਭਾਅ ਹੈ, ਉਹ ਸਾਕਤ ਹੈ। ਗੁਰੂ ਸਾਹਿਬ ਕੁਛ ਹੋਰ ਕਹਿ ਰਹੇ ਨੇ, ਸੁਭਾਅ ਕੁਛ ਹੋਰ ਕਰੀ ਜਾ ਰਿਹਾ ਹੈ, ਉਲਟ ਕਰਦਾ ਹੈ। ਸਾਕਤ ਕੀ ਐਸੀ ਹੈ ਰੀਤ, ਜੋ ਕੁਛ ਕਰੇ ਉਹ ਸੋਈ ਵਿਪਰੀਤ। ਉਹ ਵਿਪਰੀਤ ਉਲਟੀ ਕਰਦਾ ਹੈ, ਸੋਚ ਗੁਰੂ ਦੇ ਉਪਦੇਸ਼ਾਂ ਦੇ ਉਲਟ। ਕਿਉਂ? ਕਿਉਂਕਿ ਇਹਦੀਆਂ ਭਾਵਨਾਵਾਂ ਉਲਟ ਪਾਸੇ ਦੀਆਂ ਸੀ, ਇਹ 'ਚ ਉਲਟ ਪਾਸੇ ਦੀ ਸੀ। ਜਿਹਦੀ ਭਾਵਨਾ ਦੂਜੇ ਪਾਸੇ ਦੀ ਖਿੱਚ ਵਾਲੀ ਹੈ, ਰੱਬ ਦੇ ਨਿਯਮ ਨੇ ਉਹਨੂੰ ਸਾਕਤ ਬਣਾ ਦਿੱਤਾ ਹੈ। ਜੋ ਸਾਕਤ ਪ੍ਰਭ ਕੀਨ, ਪ੍ਰਭੂ ਨੇ ਕੀਤਾ, ਨਿਯਮ ਵਰਤਾ ਦਿੱਤਾ, ਉਸ ਨੂੰ ਆਤਮਿਕ ਮੌਤ ਨੇ ਗਰਸਿਆ ਹੋਇਆ ਹੈ। ਗਰਾਸਾ ਹੈ, ਪਕੜਿਆ ਹੋਇਆ। ਕਾਲ ਆਤਮਿਕ ਮੌਤ, ਉਹ ਆਤਮਿਕ ਮੌਤ ਮਰਿਆ ਹੋਇਆ। ਸਰੀਰ ਉਹਦੇ ਕੋਲੇ ਮਨੁੱਖ ਦਾ ਹੈ, ਪਰ ਉਹਦਾ ਮਨ ਅਨੇਕ ਜੋਨ ਜਨਮ ਹੈ ਮਰ ਹੈ, ਆਤਮ ਰਾਮ ਨਾ ਚੀਨ। ਉਹ ਮਨ ਉਹਨਾਂ ਦਾ ਵੱਖ-ਵੱਖ ਜੂਨੀਆਂ ਵਿੱਚ ਜਨਮ ਮਰਨ ਵਿੱਚ ਪਿਆ ਹੋਇਆ। ਆਖੋ ਵਾਹਿਗੁਰੂ। ਜੀਵ ਦੇ ਸਵਾਦ ਪਿੱਛੇ ਮਾਤਾ ਪਿਤਾ ਦੇ ਨਾਲ ਲੜਨਾ, ਰੁੱਸਣਾ ਬਚਪਨ ਤੋਂ ਸ਼ੁਰੂ ਹੋ ਜਾਂਦਾ ਹੈ। ਜਦੋਂ ਮਨ ਬਚਪਨ ਵਿੱਚ ਖਾਣੇ ਪੀਣੇ ਦੇ ਸਵਾਦ ਰਸਾਂ ਪਿੱਛੇ ਮੰਮੀ ਡੈਡੀ ਨਾਲ ਰੁੱਸਦਾ ਹੈ, ਇਹ ਮਨ ਮੱਛੀ ਦੀ ਜੂਨੀ ਭੋਗਦਾ ਹੈ। ਆਖੋ ਵਾਹਿਗੁਰੂ।
ਜਦੋਂ ਟੀਨ ਏਜ ਦੇ ਵਿੱਚ, ਜਵਾਨੀ ਦੇ ਵਿੱਚ ਰੰਗ ਤਮਾਸ਼ੇ ਦੇਖ ਕੇ ਰਸ ਮਾਣਨ ਵਾਲਾ ਜੀਵਨ ਇਨਸਾਨੀਅਤ ਤੋਂ, ਰੱਬੀ ਨਿਯਮਾਂ ਤੋਂ ਟੁੱਟਦਾ ਹੈ, ਗਿਰਦਾ ਹੈ ਨਾ, ਪਤਿਤ ਹੁੰਦਾ ਹੈ, ਤਾਂ ਇਹ ਮਿਰਗ ਦੀ ਜੂਨੀ, ਪਤੰਗੇ ਦੀ ਜੂਨੀ, ਹਾਥੀ ਦੀ ਜੂਨੀ, ਇੱਦਾਂ ਇਹਨਾਂ ਜੂਨੀਆਂ ਵਿੱਚ ਜਾਂਦਾ ਹੈ, ਵਾਪਸ ਫਿਰ ਆ ਜਾਂਦਾ, ਅੰਦਰ ਜਨਮ ਮਰਨ ਚੱਲੀ ਜਾਂਦਾ ਹੈ। ਕਿਉਂ? ਇਹਨੇ ਆਪਣੇ ਅੰਦਰੋਂ ਰੱਬ ਨੂੰ ਨਹੀਂ ਪਹਿਚਾਣਿਆ। ਆਤਮ ਰਾਮ ਨਾ ਚੀਨ, ਇਹਨੇ ਨਹੀਂ ਇਹਨੂੰ ਵਿਸ਼ਵਾਸ ਹੋਇਆ, ਮਹਿਸੂਸ ਨਹੀਂ ਹੋਇਆ ਕਿ ਵਾਹਿਗੁਰੂ ਜੀ ਤਾਂ ਅੰਦਰ ਨੇ। ਆਖੋ ਇਹਨੇ ਆਪਣੇ ਅੰਦਰੋਂ ਆਪਣੇ ਸੁਭਾਅ ਨੂੰ ਨਹੀਂ ਚੀਨਿਆ, ਇਹਨੇ ਪੜਚੋਲਿਆ ਨਹੀਂ, ਇਹਨੇ ਆਪਣੀ ਸੋਚ ਨੂੰ ਨਹੀਂ ਪੜਚੋਲਿਆ। ਜਿਹਨੇ ਆਪਣੇ ਸੋਚ ਤੇ ਸੁਭਾਅ ਨੂੰ ਨਹੀਂ ਪੜਚੋਲਿਆ, ਉਹ ਅੰਦਰੋਂ ਰੱਬ ਨੂੰ ਕਿੱਥੇ ਪੜਚੋਲੇਗਾ। ਆਖੋ ਗਿਆਨ ਧਿਆਨ ਤਾਹੂ ਕੋ ਆਏ, ਇੱਥੇ ਆਏ ਸੀ ਇਸ ਲਈ ਰੱਬੀ ਗਿਆਨ ਅਨੁਸਾਰ ਜੀਵਨ ਜਿਉਣਾ। ਦੂਸਰਾ, ਧਿਆਨ, ਤੇਰੀ ਜ਼ਿੰਦਗੀ ਦਾ ਕੋਈ ਵਿਜ਼ਨ ਹੋਵੇ, ਫੋਕਸ ਹੋਵੇ, ਗੁਰੂ ਲਈ, ਰੱਬ ਲਈ, ਕੌਮ ਲਈ, ਸਮਾਜ ਲਈ ਕੁਝ ਕਰਨਾ, ਇਹ ਅਸਲੀ ਮਕਸਦ ਹੈ। ਕਰ ਕਿਰਪਾ ਜਿਹੇ ਆਪ ਦਵਾਏ, ਜਿਨ੍ਹਾਂ ਤੇ ਕਿਰਪਾ ਹੁੰਦੀ, ਬਖਸ਼ਿਸ਼ ਹੁੰਦੀ, ਫਿਰ ਵਾਹਿਗੁਰੂ ਜੀ ਉਹਨਾਂ ਨੂੰ ਮਕਸਦ ਸਮਝਾ ਦਿੰਦੇ ਨੇ ਤੇ ਮਕਸਦ ਤੇ ਵਿਜ਼ਨ ਤੇ ਤੁਰਨ ਦੀ ਦਾਤ ਦਿੰਦੇ ਨੇ। ਆਖੋ ਵਾਹਿਗੁਰੂ। ਹਰ ਸਿੱਖ ਨੇ ਆਪਣੇ ਅੰਦਰ ਝਾਤੀ ਮਾਰਨੀ ਹੈ। ਜੋ ਆਪਾਂ ਧਰਮ ਨਿਭਾ ਰਹੇ ਹਾਂ, ਉਹ ਤਾਂ ਆਪਣੇ ਲਈ ਹੈ। ਅਸੀਂ ਪਰਿਵਾਰ ਲਈ ਕੁਝ ਕਰ ਰਹੇ ਹਾਂ, ਬੱਚਿਆਂ ਲਈ ਕੁਝ ਕਰ ਰਹੇ ਹਾਂ। ਹਰ ਸਿੱਖ ਨੇ ਦੇਖਣਾ, ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕੌਮ ਲਈ ਅੱਜ ਤੱਕ ਕੀ ਕੀਤਾ ਹੈ, ਮੈਂ ਸਮਾਜ ਲਈ ਕੀ ਕੀਤਾ ਹੈ। ਤੇ ਜਿਨ੍ਹਾਂ ਨੂੰ ਇਹ ਦਾਤ ਮਿਲਦੀ, ਉਹ ਬਖਸ਼ਿਸ਼ ਵਾਲੇ ਜੀਵਨ ਹੁੰਦੇ ਨੇ। ਆਖੋ ਵਾਹਿਗੁਰੂ। ਗਣਤੀ ਗਣੀ ਨਹੀਂ ਕਉ ਛੂਟੈ, ਪਿਆਰਿਓ, ਗਿਣਤੀਆਂ ਮਿਣਤੀਆਂ ਦੇ ਨਾਲ, ਆਪਣੀਆਂ ਸੋਚ ਸਿਆਣਪਾਂ ਦੇ ਨਾਲ ਇਹ ਵਿਕਾਰਾਂ ਦੀਆਂ ਆਦਤਾਂ ਤੋਂ ਖਹਿੜਾ ਨਹੀਂ ਛੁੱਟਣਾ। ਕਾਚੀ ਗਾਗਰ ਸਰ ਪਰ ਫੂਟੈ, ਇਹ ਸਰੀਰ ਇੱਕ ਕੱਚੀ ਗਾਗਰ ਹੈ। ਇਸ ਸਰੀਰ ਰੂਪੀ ਘੜੇ ਨੇ ਇੱਕ ਦਿਨ ਫੁੱਟ ਜਾਣਾ ਹੈ, ਆ ਮੌਤ ਆ ਜਾਣੀ ਹੈ। ਸੋ ਜੀਵਤ ਜਿਹ ਜੀਵਤ ਜਪਿਆ, ਜਿਹਨੇ ਆਤਮਿਕ ਜੀਵਨ ਜਿਉਂ ਕੇ ਗੁਰਮਤ ਅਨੁਸਾਰ ਰੱਬ ਨੂੰ ਜਪਿਆ ਹੈ, ਉਹਨਾਂ ਦਾ ਉਹ ਅਸਲੀ ਜਿਉਂਦੇ ਨੇ। ਆਖੋ ਵਾਹਿਗੁਰੂ। ਪ੍ਰਗਟ ਭਏ ਨਾਨਕ ਨਹਿ ਛਪਿਆ, ਉਹ ਜਿਹੜੇ ਅੰਦਰੋਂ ਆਤਮਿਕ ਜੀਵਨ ਜਿਉਂਦੇ ਨੇ ਨਾ, ਉਹਨਾਂ ਦੇ ਜੀਵਨ ਦੇ ਕਰਮਾਂ ਵਿੱਚੋਂ, ਬਚਨਾਂ ਵਿੱਚੋਂ, ਉਹਨਾਂ ਦੀ ਜ਼ਿੰਦਗੀ ਦੇ ਨਿਸ਼ਾਨਿਆਂ ਵਿੱਚੋਂ ਪ੍ਰਗਟ ਹੋ ਜਾਂਦਾ, ਛੁਪਦਾ ਨਹੀਂ। ਆਖੋ ਵਾਹਿਗੁਰੂ। ਪਰਉਪਕਾਰੀ, ਉਹਦੇ ਜੀਵਨ ਤੋਂ ਪਤਾ ਲੱਗਦਾ ਪਰਉਪਕਾਰੀ ਹੈ। ਕੌਮ ਦੇ ਲਈ, ਗੁਰੂ ਦੇ ਲਈ ਆਪਾ ਵਾਰਨ ਵਾਲੇ ਦੇ ਜੀਵਨ ਤੋਂ ਪਤਾ ਲੱਗ ਜਾਂਦਾ ਹੈ ਕਿ ਆਪਾ ਵਾਰਨ ਵਾਲਾ ਹੈ, ਸਬਰ ਸੰਤੋਖ ਵਿੱਚ ਤੁਰਨ ਵਾਲਾ ਹੈ, ਇਹ ਛਪਦਾ ਨਹੀਂ। ਸ਼ਲੋਕ ਚਿਤ ਚਿਤਵਾਂ ਚਰਨਾਰ ਵਿੰਦ, ਊਂਦ ਕਮਲ ਬਿਕਸਾਂਤ। ਸਤਿਗੁਰੂ ਜੀ ਕਹਿੰਦੇ, ਜਦੋਂ ਮੈਂ ਚਿੱਤ ਵਿੱਚ, ਯਾਨੀ ਚੇਤਾ ਸ਼ਕਤੀ ਵਿੱਚ, ਜੋ ਯਾਦਾਸ਼ਤ ਹੈ, ਉਸ ਵਿੱਚ ਹਰ ਵੇਲੇ ਯਾਦ ਰੱਖਦਾ। ਕੀ ਯਾਦ ਰੱਖਦਾ? ਚਰਨਾਰ ਬਿੰਦ, ਚਰਨ ਕਮਲ। ਚਰਨ ਕਮਲ ਕੀ ਹੈ? ਸੱਚਾ ਗਿਆਨ, ਰੱਬੀ ਉਪਦੇਸ਼, ਗੁਰੂ ਦੀਆਂ ਸਿੱਖਿਆਵਾਂ। ਜਦੋਂ ਹਰ ਵੇਲੇ ਗੁਰੂ ਦੇ ਉਪਦੇਸ਼ਾਂ ਨੂੰ ਯਾਦ ਰੱਖਦਾ, ਤੇ ਹਿਰਦੇ ਦਾ ਕਮਲ ਸਿੱਧਾ ਹੋ ਜਾਂਦਾ ਹੈ ਤੇ ਖਿੜਿਆ ਹੁੰਦਾ। ਆਖੋ ਵਾਹਿਗੁਰੂ। ਫਿਰ ਮੱਤ ਸਿੱਧੇ ਪਾਸੇ ਤੁਰਦੀ ਹੈ। ਹਿਰਦੇ ਦਾ ਕਮਲ ਸਿੱਧਾ ਤੋਂ ਭਾਵਨਾਵਾਂ ਸ਼ੁੱਧ ਹੁੰਦੀਆਂ ਨੇ। ਜਦੋਂ ਸਿੱਧੇ ਪਾਸੇ ਦੀ ਭਾਵਨਾ ਹੋਏਗੀ, ਬਸ ਫਿਰ ਸੋਚ ਦੀ ਦਿਸ਼ਾ ਸਿੱਧੀ ਹੋ ਜਾਏਗੀ, ਸੁਭਾਅ ਦੀ ਦਿਸ਼ਾ ਸਿੱਧੀ ਹੋ ਜਾਏਗੀ। ਪ੍ਰਗਟ ਭਏ ਆਪਹਿ ਗੋਬਿੰਦ, ਨਾਨਕ ਸੰਤ ਮਤਾਤ, ਨਾਨਕ ਸੰਤ ਮਤਾਂਤ। ਜਦੋਂ ਵਾਹਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਦਿੰਦੇ ਨੇ, ਉਹ ਪ੍ਰਤੱਖ ਪ੍ਰਗਟ ਹੋ ਜਾਂਦੇ ਨੇ। ਕਿਵੇਂ? ਨਾਨਕ ਸੰਤ ਮਤਾਂਤ, ਸੰਤ ਗੁਰੂ, ਮਤਾਂਤ ਉਪਦੇਸ਼, ਸਲਾਹ।
ਉਹ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਂਦੇ ਨੇ। ਆਖੋ ਵਾਹਿਗੁਰੂ। ਉੱਪਰਲੀ ਪੰਕਤੀ 'ਚ ਕਹਿ ਦਿੱਤਾ, ਚਿਤ ਚਿਤਵੋਂ ਚਰਨਾਰ ਬਿੰਦ। ਸੱਚੇ ਗਿਆਨ ਨੂੰ, ਗੁਰੂ ਦੇ ਉਪਦੇਸ਼ ਨੂੰ ਚੇਤਾ ਸ਼ਕਤੀ ਵਿੱਚ ਯਾਦ ਰੱਖਦਾ। ਇੱਥੇ ਕਹਿ ਦਿੱਤਾ, ਨਾਨਕ ਸੰਤ ਮਤਾਂਤ। ਗੁਰੂ ਦੇ ਉਪਦੇਸ਼, ਗੁਰੂ ਦੇ ਉਪਦੇਸ਼ ਹੀ ਸੱਚਾ ਗਿਆਨ ਹੈ। ਗੁਰੂ ਦੇ ਉਪਦੇਸ਼ ਹੀ ਰੱਬੀ ਉਪਦੇਸ਼ ਨੇ। ਇਹੋ ਹੀ ਚਰਨ ਕਮਲ ਹੈ। ਇਹਨੂੰ ਚਿਤ ਚਿਤਵੋਂ ਦੇ ਅਰਥ ਹੈ ਹਰ ਵੇਲੇ ਯਾਦ ਰੱਖਣਾ, ਪ੍ਰੈਕਟੀਕਲ ਜਿਉਣਾ। ਆਖੋ ਪੌੜੀ, ਚੱਚਾ ਚਰਨ ਕਮਲ ਗੁਰ ਲਾਗਾ। ਚੱਚਾ ਅੱਖਰ ਤੋਂ ਸਤਿਗੁਰੂ ਜੀ ਉਸੇ ਕਨਸੈਪਟ ਨੂੰ ਅੱਗੇ ਤੋਰ ਰਹੇ ਨੇ। ਚਰਨ ਕਮਲ ਗੁਰ ਲਾਗਾ। ਗੁਰ ਸਰੂਪ ਖੁਦ ਚਰਨ ਕਮਲ ਹੈ। ਗੁਰੂ ਦੇ ਚਰਨ ਕਮਲ ਗੁਰੂ ਦੇ ਉਪਦੇਸ਼ ਨੇ। ਤੇ ਮਨ ਲੱਗਣ ਦੇ ਅਰਥ ਹੈ ਮਨ ਨੂੰ ਚੰਗਾ ਲੱਗਣਾ, ਆਪਾ ਵਾਰ ਦੇਣਾ। ਮਨ ਪ੍ਰੈਕਟੀਕਲ ਜਿਉਂਦਾ ਗੁਰੂ ਦੇ ਉਪਦੇਸ਼ਾਂ ਨੂੰ। ਧੰਨ ਧੰਨ ਉਹ ਦਿਨ ਸੰਜੋਗ ਸੁਭਾਗਾ। ਉਹ ਅੰਦਰੋਂ ਸ਼ੁਕਰ ਵਿੱਚ ਹੁੰਦੇ ਨੇ ਕਿ ਜਿਸ ਪਲ ਸਾਡਾ ਮਨ ਗੁਰੂ ਦੇ ਉਪਦੇਸ਼ ਨੂੰ ਮੰਨਦਾ, ਉਹ ਜਿਹੜਾ ਸੰਜੋਗ ਬਣਦਾ ਨਾ, ਉਹ ਸੁਭਾਗਾ ਹੈ। ਆਖੋ ਵਾਹਿਗੁਰੂ। ਚਾਰ ਕੁੰਟ ਦਹਿ ਦਿਸ ਭ੍ਰਮੇ ਆਇਓ। ਇਹ ਮਨ ਗੁਰੂ ਦੇ ਉਪਦੇਸ਼ਾਂ ਤੋਂ ਬਿਨਾਂ ਬੜੀਆਂ ਦਿਸ਼ਾਵਾਂ ਵਿੱਚ ਭੱਜਦਾ ਹੈ ਤੇ ਭਟਕਦਾ ਹੀ ਹੈ, ਭਰਮ ਭੁਲੇਖੇ ਵਿੱਚ ਹੁੰਦਾ ਹੈ। ਇਹ ਮਨ ਜਿਹੜਾ ਹਰ ਵੇਲੇ ਭਰਮ ਵਿੱਚ ਭਟਕਦਾ ਰਹਿੰਦਾ ਹੈ। ਉੱਡ ਉੱਡ ਦਹਿ ਦਿਸ ਜਾਏ, ਪਤਾ ਨਹੀਂ ਕਿੱਧਰ ਕਿੱਧਰ ਜਾਂਦਾ ਹੈ। ਭਈ ਕਿਰਪਾ ਤਬ ਦਰਸ਼ਨ ਪਾਇਓ। ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਨਾ, ਫਿਰ ਹਰ ਥਾਂ ਤੋਂ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਦੀਦਾਰ ਕਰਦਾ ਹੈ ਮਨ। ਜਦੋਂ ਹਰ ਵਰਤਾਰੇ ਵਿੱਚੋਂ ਰੱਬ ਦਾ ਸੱਚਾ ਗਿਆਨ ਉਪਦੇਸ਼ ਬਣ ਕੇ ਮਹਿਸੂਸ ਹੋਵੇ ਨਾ, ਇਹਦਾ ਮਤਲਬ ਰੱਬ ਨੇ ਗਿਆਨ ਬਣ ਕੇ ਦੀਦਾਰ ਦੇ ਦਿੱਤੇ ਨੇ, ਦਰਸ਼ਨ ਦੇ ਦਿੱਤੇ। ਜਦੋਂ ਹਰ ਇੱਕ ਦੇ ਵਿੱਚੋਂ ਜਿਹਦੇ ਨਾਲ ਨਹੀਂ ਬਣਦੀ, ਜਿਹਦੇ ਨਾਲ ਭਾਵੇਂ ਉਹ ਸਾਨੂੰ ਨਫ਼ਰਤ ਕਰਦਾ ਹੋਵੇ, ਚਾਹੇ ਉਸਨੇ ਵਿਰੋਧ ਕੀਤਾ ਹੋਵੇ, ਉਹਦੇ ਵਿੱਚੋਂ ਵੀ ਕੋਈ ਗੁਣ ਮਹਿਸੂਸ ਹੁੰਦਾ ਨਾ, ਇਹਦਾ ਮਤਲਬ ਰੱਬ ਨੇ ਉਹਦੇ ਵਿੱਚ ਗੁਣ ਬਣ ਕੇ ਦਰਸ਼ਨ ਦਿੱਤੇ ਨੇ। ਐਸੀ ਭਾਵਨਾ ਹੋਏਗੀ ਭਾਈ ਕਨ੍ਹਈਆ ਜੀ ਦੀ। ਜਦੋਂ ਦੁਸ਼ਮਣ ਨੂੰ ਪਾਣੀ ਪਿਲਾਉਂਦਿਆਂ ਕਹਿੰਦਾ ਸੀ, ਸਤਿਗੁਰੂ ਜੀ ਮੈਂ ਤੇ ਤੁਹਾਡੇ ਮੁਖ ਵਿੱਚ ਪਾਣੀ ਪਾਇਆ। ਆਖੋ ਵਾਹਿਗੁਰੂ। ਚਾਰ ਵਿਚਾਰ ਬਿਨ ਸਿਓ ਸਭ ਦੂਆ। ਫਿਰ ਅੰਦਰ ਜਿਹੜੀ ਵਿਚਾਰ ਹੈ ਨਾ, ਉਹ ਸੁੰਦਰ ਹੋ ਜਾਂਦੀ ਹੈ। ਚਾਰ ਦੇ ਅਰਥ ਹੈ ਸੁੰਦਰ, ਸ੍ਰੇਸ਼ਟ ਵਿਚਾਰ, ਉੱਤਮ ਵਿਚਾਰ। ਬਿਨ ਸਿਓ ਸਭ ਦੂਆ, ਵੈਰ ਵਿਰੋਧ ਬਿਨਸ ਗਿਆ। ਫਿਰ ਗੁਰੂ ਕਾ ਗੁਰਸਿੱਖ ਆਪਣੇ ਜੀਵਨ ਤੇ ਕਿਸੇ ਸੰਸਥਾ, ਕਿਸੇ ਪਾਰਟੀ, ਕਿਸੇ ਜਥੇਬੰਦੀ ਦਾ ਲੇਬਲ ਨਹੀਂ ਲੱਗਣ ਦਿੰਦਾ। ਉਹ ਗੁਰਸਿੱਖ ਕਹੇਗਾ ਮੈਂ ਗੁਰੂ ਕਲਗੀਧਰ ਪਾਤਸ਼ਾਹ ਦਾ ਹਾਂ। ਆਖੋ ਵਾਹਿਗੁਰੂ। ਮੇਰੇ ਲਈ ਸਾਰੀਆਂ ਸੰਸਥਾਵਾਂ ਚੰਗੀਆਂ ਨੇ। ਮੈਂ ਹਰ ਸੰਸਥਾ, ਹਰ ਜਥੇਬੰਦੀ, ਸਭ ਧੜਿਆਂ ਤੋਂ, ਸਭ ਜਥੇਬੰਦੀਆਂ ਤੋਂ, ਸਭ ਸੰਸਥਾਵਾਂ ਤੋਂ ਜੋ ਵੀ ਸਿੱਖਣ ਨੂੰ ਮਿਲਦਾ ਹੈ, ਮੈਂ ਸਿੱਖਦਾ ਰਹਿਣਾ। ਆਖੋ ਜੋ ਵੀ ਜਥੇਬੰਦੀਆਂ ਦੀ ਵਿਚਾਰ ਹੈ, ਧੜਿਆਂ ਦੀ ਵਿਚਾਰ ਹੈ, ਸੰਸਥਾਵਾਂ ਦੀ ਵਿਚਾਰ ਹੈ, ਮੈਂ ਹਰ ਇੱਕ ਦੀ ਵਿਚਾਰ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਸਿੱਖਦਾ ਰਹਿਣਾ। ਆਖੋ ਵਾਹਿਗੁਰੂ। ਅੰਦਰੋਂ ਦੁਆ, ਦਵੈਸ਼ ਭਾਵਨਾ, ਬੈਰ ਵਿਰੋਧ ਖਤਮ ਹੋ ਗਿਆ। ਹਮ ਨਹੀਂ ਚੰਗੇ ਆਖੀਐ, ਬੁਰਾ ਨਾ ਦਿਸੈ ਕੋਏ। ਇਸ ਪੰਕਤੀ ਨੂੰ ਜਿਉਣਾ ਪਵੇਗਾ। ਜੇ ਅੰਦਰ ਭਾਵਨਾ ਬਣ ਗਈ ਨਾ ਜਿਉਣ ਦੀ, ਇਸ ਪੰਕਤੀ ਨੂੰ ਜਿਉਣ ਲੱਗੇ, ਫਿਰ ਏਕਤਾ ਦਾ ਮੁੱਢ ਵੱਜੇਗਾ। ਐਵੇਂ ਏਕਤਾ ਨਹੀਂ ਹੋਏਗੀ। ਭਰਾ ਮਾਰੂ ਜੰਗ ਤੇ ਖੜੇ ਆ ਇਸ ਵੇਲੇ। ਸਾਧ ਸੰਗ ਮਨ ਨਿਰਮਲ ਹੁਆ। ਗੁਰੂ ਦਾ ਸੰਗ ਕਰਕੇ। ਗੁਰੂ ਦਾ ਸੰਗ ਕੀ ਹੈ? ਜਦੋਂ ਮਨ ਨੂੰ ਗੁਰੂ ਦੇ ਉਪਦੇਸ਼ ਚੰਗੇ ਲੱਗਦੇ ਨੇ, ਮੰਨਣ ਤੁਰਦਾ ਹੈ, ਇਹ ਗੁਰੂ ਦਾ ਸੰਗ ਹੈ। ਸਾਧ ਸੰਗ, ਗੁਰੂ ਦਾ ਸੰਗ। ਗੁਰੂ ਦੇ ਉਪਦੇਸ਼ਾਂ ਦਾ ਸੰਗ ਕਰਕੇ, ਭਾਵ ਗੁਰੂ ਦੇ ਉਪਦੇਸ਼ਾਂ ਨੂੰ ਮੰਨ ਕੇ, ਇਹ ਸੁਭਾਅ ਨਿਰਮਲ ਹੁੰਦਾ ਹੈ, ਸੋਚ ਨਿਰਮਲ ਹੁੰਦੀ ਹੈ। ਚਿੰਤ ਬਿਸਾਰੀ ਏਕ ਦ੍ਰਿਸ਼ਟੇਤਾ। ਫਿਰ ਇੱਕੋ ਇੱਕ ਵਾਹਿਗੁਰੂ ਜੀ ਹਰ ਥਾਂ ਤੇ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ ਨੇ। ਫਿਰ ਦੁਨਿਆਵੀ ਚਿੰਤਾਵਾਂ ਜ਼ਿੰਦਗੀ 'ਚ ਆਉਂਦੀਆਂ ਰਹਿੰਦੀਆਂ ਨੇ, ਸਤਾਉਂਦੀਆਂ ਰਹਿੰਦੀਆਂ ਨੇ, ਪਰ ਰਾਹ ਨਹੀਂ ਰੋਕ ਸਕਦੀਆਂ। ਆਖੋ ਵਾਹਿਗੁਰੂ। ਸਗੋਂ ਮਜ਼ਬੂਤੀ ਦੇ ਜਾਂਦੀਆਂ ਨੇ। ਇਹਨੂੰ ਕਹਿੰਦੇ ਨੇ ਚਿੰਤਾ ਹੀ ਵਿਸਾਰ ਦਿੱਤੀ। ਨਾਨਕ ਗਿਆਨ ਅੰਜਨ ਜਿਹ ਨੇਤਰਾ। ਇਹ ਨਾਨਕ ਜੀ, ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ। ਗਿਆਨ ਦੀਆਂ ਅੱਖਾਂ ਆ ਗਈਆਂ, ਸੋਝੀ ਦੀਆਂ ਅੱਖਾਂ। ਸ਼ਲੋਕ
ਛਾਤੀ ਸੀਤਲ ਮਨ ਸੁਖੀ, ਛੰਤ ਗੋਬਿੰਦ ਗੁਣ ਗਾਏ। ਛਾਤੀ, ਇੱਥੇ ਛਾਤੀ ਚੈਸਟ ਨਹੀਂ ਹੈ। ਮੈਂ ਬੇਨਤੀ ਕੀਤੀ ਸੀ ਨਾ, ਸ਼ਬਦਾਂ 'ਚ ਕਈ ਵਾਰੀ ਅਰਥ ਹੋਰ ਹੁੰਦੇ ਨੇ, ਰਮਜ਼ਾਂ ਹੋਰ ਹੁੰਦੀਆਂ ਨੇ। ਅਰਥ ਤਾਂ ਇਹਦੇ ਬਣਦੇ ਨੇ ਚੈਸਟ, ਚੈਸਟ ਨਹੀਂ ਹੈ। ਛਾਤੀ ਦੇ ਅਰਥ ਹੈ ਹਿਰਦਾ, ਸ਼ੀਤਲ ਦੇ ਅਰਥ ਹੈ ਸੰਤੁਸ਼ਟ, ਆਨੰਦ ਵਿੱਚ, ਸ਼ੁਕਰਾਨੇ ਵਿੱਚ। ਮਨ ਆਤਮਿਕ ਸੁਖ ਵਾਲਾ ਜੀਵਨ ਜਿਉਂਦਾ, ਮਨ ਸੁਖੀ। ਛੰਤ ਦੇ ਅਰਥ ਇੱਥੇ ਗੀਤ ਹੈ, ਸਿਫਤ ਸਲਾਘਾ ਹੈ, ਰੱਬ ਦੇ ਗੁਣਾਂ ਦੀ, ਨਿਜ਼ਮਾਂ ਦੀ ਵਿਚਾਰ ਕਰਨੀ। ਛੰਤ ਗੋਬਿੰਦ ਗੁਣ ਗਾਏ, ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਗੁਣਾਂ ਦੀਆਂ ਵਿਚਾਰਾਂ ਕਰਨੀਆਂ। ਚਾਰ ਚੀਜ਼ਾਂ ਦੱਸ ਦਿੱਤੀਆਂ। ਛਾਤੀ ਸ਼ੀਤਲ ਯਾਨੀ ਹਿਰਦੇ 'ਚ ਆਨੰਦ, ਸੰਤੁਸ਼ਟੀ, ਸਬਰ ਸੰਤੋਖ। ਮਨ ਸੁਖੀ, ਅੰਦਰ ਆਤਮਿਕ ਸੁਖ, ਇੱਕ ਫਖਰ ਕਿ ਗੁਰੂ ਨੇ ਬਖਸ਼ਿਸ਼ ਦਿੱਤੀ ਹੈ। ਛੰਤ ਗੋਬਿੰਦ, ਗੋਬਿੰਦ ਦੇ ਗੀਤ, ਆਪ ਗੋਬਿੰਦ ਦੀਆਂ ਵਿਚਾਰਾਂ, ਸੱਚੇ ਗਿਆਨ ਦੀਆਂ ਵਿਚਾਰਾਂ। ਗੁਣ ਗਾਏ, ਗੁਣਾਂ ਵਾਲਾ ਜੀਵਨ ਜਿਉਣਾ, ਗੁਣਾਂ ਨਾਲ ਪਰਉਪਕਾਰ ਕਰਨਾ, ਗੁਣਾਂ ਦੀ ਡਿਸਕਸ਼ਨ ਕਰਨੀ। ਇਹ ਫਿਰ ਜ਼ਿੰਦਗੀ 'ਚ ਆ ਜਾਂਦੀ ਹੈ। ਐਸੀ ਕਿਰਪਾ ਕਰੋ ਪ੍ਰਭ, ਨਾਨਕ ਦਾਸ ਦਸਾਏ। ਵਾਹਿਗੁਰੂ ਜੀ ਕਿਰਪਾ ਕਰੋ ਸਾਡੇ 'ਤੇ, ਦਾਸਾਂ ਦੇ ਦਾਸ ਬਣ ਜਾਈਏ, ਭਾਵ ਨਿਮਰਤਾ ਵਾਲਾ ਜੀਵਨ ਮਿਲ ਜਾਵੇ। ਨਾਨਕ ਸ਼ਬਦ ਵਰਤ ਕੇ ਸਾਨੂੰ ਸਿਖਾ ਰਹੇ ਨੇ ਸਤਿਗੁਰੂ। ਪੌੜੀ, ਅੱਛਾ ਛੋਹਰੇ ਦਾਸ ਤੁਮਾਰੇ। ਹੇ ਵਾਹਿਗੁਰੂ ਜੀ, ਅਸੀਂ ਛੋਹਰੇ ਬੱਚੇ ਹਾਂ ਤੁਹਾਡੇ, ਦਾਸ ਹਾਂ, ਸੇਵਕ ਹਾਂ। ਦਾਸ ਦਾਸਨ ਕੇ ਪਾਣੀ ਹਾਰੇ। ਹੁਣ ਅੱਖਰੀ ਅਰਥ ਬਣਦੇ ਨੇ, ਜੋ ਰੱਬ ਦੇ ਗੁਰੂ ਦੇ ਦਾਸ ਨੇ, ਜਾਣੀ ਗੁਰਸਿੱਖ ਨੇ, ਉਹਨਾਂ ਦਾ ਪਾਣੀ ਢੋਣਾ, ਸੇਵਾ ਕਰਨੀ। ਇਹਨੂੰ ਆਪਾਂ ਕਹਿ ਸਕਦੇ ਕੌਮ ਦੀ ਸੇਵਾ। ਕੌਮ ਦੀ ਸੇਵਾ ਲਈ ਆਪਾ ਵਾਰ ਦੇਣਾ, ਲੋੜ ਪਵੇ ਤੇ ਆਪਣੇ ਸੁੱਖ ਦਾਅ 'ਤੇ ਲਾ ਦੇਣੇ। ਇਹ ਗੁਰੂ ਕਲਗੀਧਰ ਸਾਹਿਬ ਜੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸੰਘਰਸ਼ਮਈ ਜੀਵਨ ਹੈ ਨਾ ਉਹਨਾਂ ਦਾ, ਸਾਰੀ ਜ਼ਿੰਦਗੀ ਸੰਘਰਸ਼ਸ਼ੀਲ ਹੋ ਕੇ ਜਿਉਂ ਹੈ। ਇਹਨਾਂ ਦੋਨਾਂ ਗੁਰੂ ਸਾਹਿਬਾਨਾਂ ਦੇ ਗੁਰ ਇਤਿਹਾਸ ਨੂੰ ਜੇ ਅਸੀਂ ਪੜ੍ਹਾਂਗੇ, ਹਰ ਗੁਰਸਿੱਖ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਜੋਤੀ ਜੋਤ ਤੱਕ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਜੋਤੀ ਜੋਤ ਤੱਕ, ਦੋਨਾਂ ਗੁਰੂ ਸਾਹਿਬਾਨਾਂ ਦੇ ਸਾਰੇ ਜੀਵਨ ਦੇ ਇਤਿਹਾਸ ਨੂੰ ਜੇ ਆਪਾਂ ਡਿਟੇਲ 'ਚ ਪੜ੍ਹਾਂਗੇ ਤਾਂ ਇੱਕ ਜਜ਼ਬਾ ਮਿਲੇਗਾ। ਗੁਰੂ ਨੇ ਸਿਖਾ ਦਿੱਤਾ ਹੈ ਕਿ ਕੌਮ ਦੀ ਸੇਵਾ ਲਈ ਕਦੀ ਆਪਣੇ ਸੁੱਖ ਦਾਅ 'ਤੇ ਲਾਉਣੇ ਪੈਣ ਤੇ ਸੌਦਾ ਸਸਤਾ ਹੀ ਹੈ। ਆਖੋ ਵਾਹਿਗੁਰੂ। ਕਦੀ ਆਪਣੀ ਜ਼ਿੰਦਗੀ ਦਾ ਫਿਊਚਰ ਦਾਅ 'ਤੇ ਲੱਗ ਜਾਵੇ, ਕੋਈ ਬਾਤ ਨਹੀਂ, ਉਹਦੇ 'ਚੋਂ ਸਿਦਕ ਮਿਲਦਾ ਹੈ, ਮਜ਼ਬੂਤੀ ਮਿਲਦੀ ਹੈ। ਆਖੋ ਵਾਹਿਗੁਰੂ। ਇਹਨੂੰ ਕਹਿੰਦੇ ਨੇ ਦਾਸ ਦਾਸਨ ਕੇ ਪਾਣੀ ਹਾਰੇ। ਐਸੀ ਅਵਸਥਾ ਅੱਛਾ ਛਾਰ ਹੋਤ ਤੇਰੇ ਸੰਤਾ। ਰੱਬੀ ਪਿਆਰਿਆਂ ਦੇ ਚਰਨਾਂ ਦੀ ਧੂੜੀ, ਭਾਵ ਉਹਨਾਂ ਦੇ ਚੰਗੇ ਗੁਣ, ਚੰਗੇ ਕਰਮਾਂ ਦਾ ਪ੍ਰਭਾਵ ਸਾਡੇ 'ਤੇ ਪੈ ਜਾਵੇ। ਅਸੀਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲੀਏ। ਗੁਰੂ ਦੇ ਉਪਦੇਸ਼ ਤੇ ਗੁਰੂ ਦੇ ਵਿਰਸੇ ਦਾ ਪ੍ਰਭਾਵ ਸਾਡੇ 'ਤੇ ਪੈ ਜਾਵੇ। ਅਸੀਂ ਗੁਰੂ ਦੀ ਭਾਵਨਾ ਅਨੁਸਾਰ ਜੀਵਨ ਜਿਉਈਏ, ਇੱਕ ਵਿਜ਼ਨਰੀ ਬਣ ਕੇ ਤੇ ਨਾਲ ਪਰਉਪਕਾਰੀ ਬਣ ਕੇ। ਆਖੋ ਵਾਹਿਗੁਰੂ। ਉਹਦੇ ਲਈ ਆਪਣੀ ਕਿਰਪਾ ਕਰੋ ਭਗਵੰਤਾ। ਹੈ ਵਾਹਿਗੁਰੂ ਜੀ, ਸਾਡੇ 'ਤੇ ਆਪਣੀ ਕਿਰਪਾ ਕਰੋ, ਬਖਸ਼ਿਸ਼ ਦਿਓ। ਛਾੜ ਸਿਆਣਪ ਬਹੁ ਚਤੁਰਾਈ। ਹੁਣ ਉਹ ਬਖਸ਼ਿਸ਼ ਲੈਣ ਵਾਸਤੇ ਅੰਦਰਲੀਆਂ ਸਿਆਣਪਾਂ, ਚੁਸਤ ਚਲਾਕੀਆਂ ਛੱਡ ਦੇ। ਚੁਸਤ ਚਲਾਕੀਆਂ ਨਾਲ ਪੈਸਾ ਕਮਾਇਆ ਜਾ ਸਕਦਾ ਹੈ, ਚੁਸਤ ਚਲਾਕੀਆਂ ਨਾਲ ਦੁਨਿਆਵੀ ਪ੍ਰਾਪਤੀਆਂ ਹੋ ਸਕਦੀਆਂ ਨੇ, ਬਖਸ਼ਿਸ਼ ਨਹੀਂ ਲਈ ਜਾ ਸਕਦੀ। ਆਖੋ ਵਾਹਿਗੁਰੂ। ਸੰਤਨ ਕੀ ਮਨ ਟੇਕ ਟਿਕਾਈ। ਗੁਰੂ ਦੇ ਉਪਦੇਸ਼ ਦੀ ਟੇਕ ਲੈ। ਗੁਰੂ ਦੇ ਉਪਦੇਸ਼ ਨੂੰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਮੰਨਣਾ ਹੈ। ਛਾਰ ਕੀ ਪੁੱਤਰੀ ਪਰਮਗਤ ਪਾਈ। ਛਾਰ ਕੀ ਪੁੱਤਰੀ, ਮਿੱਟੀ ਦਾ ਪੁਤਲਾ ਇਹ ਸਰੀਰ। ਇਸ ਸਰੀਰ ਦੇ ਅੰਦਰ ਜਿਹੜਾ ਸੋਚ ਸੁਭਾਅ ਹੈ, ਉਹ ਬੜੀ ਕਮਾਲ ਦੀ ਅਵਸਥਾ ਬਣ ਜਾਣੀ ਹੈ। ਆਖੋ ਵਾਹਿਗੁਰੂ। ਇਹ ਮਿੱਟੀ ਦੇ ਸਰੀਰ ਵਿੱਚ ਅੰਦਰ ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਜਦੋਂ ਪੈਦਾ ਹੁੰਦੀ, ਨਾਨਕ ਜਾ ਕੋ ਸੰਤ ਸਹਾਈ। ਫਿਰ ਗੁਰੂ ਸਾਹਿਬ ਵਾਹਿਗੁਰੂ ਜੀ ਇਹਦੇ ਲਈ ਮਦਦਗਾਰ ਬਣਦੇ ਨੇ। ਗੁਰੂ ਕੇ ਗੁਰਸਿੱਖ ਵੀ ਮਦਦਗਾਰ ਬਣਦੇ ਨੇ। ਗੁਰਸਿੱਖਾਂ ਦੇ ਕੋਲ ਜਦੋਂ ਗੁਰੂ ਕੀਆਂ ਵਿਚਾਰਾਂ ਕਰਦੇ ਆ, ਮਨ ਨੂੰ ਹੌਸਲਾ ਮਿਲਦਾ ਹੈ, ਸੁਭਾਅ ਸੰਵਾਰਿਆ ਜਾਂਦਾ ਹੈ, ਸੁਭਾਅ ਸ਼ਿੰਗਾਰਿਆ ਜਾਂਦਾ। ਜਦੋਂ ਗੁਰੂ ਕੀਆਂ ਵਿਚਾਰਾਂ, ਗੁਰੂ ਦੀ ਸੰਗਤ, ਸਤਸੰਗਤ ਦੇ ਨਾਲ
ਇਹ ਮਾਰਗ ਨੂੰ ਸਮਝਣਾ ਹੈ ਤੇ ਮਾਰਗ ਨੂੰ ਜ਼ਿੰਦਗੀ ਜਿਉਣਾ ਹੈ। ਸਤਿਗੁਰੂ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ